ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ ਸ਼ਰਮਾ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ ਪ੍ਰੋਗਰਾਮ ਖਬਰਨਾਮਾ ਲੈ ਕੇ। ਜੀ ਹਾਂ, ਪ੍ਰੋਗਰਾਮ ਵਿੱਚ ਖਾਸ ਅਪਡੇਟਸ ਦੇ ਉੱਤੇ ਜੋ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਉਸ ਤੇ ਚਰਚਾ ਕਰਾਂਗੇ। ਜੀ ਸਭ ਤੋਂ ਪਹਿਲੀ ਅਪਡੇਟ ਅਮਰੀਕਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਜ਼ਿਆਦਾ ਭਖਿਆ ਹੋਇਆ ਇੱਕ ਮੁੱਦਾ ਬਣ ਚੁੱਕਿਆ ਹੈ, ਚਾਹੇ ਭਾਰਤ ਦੇਸ਼ ਦਾ ਹੋਵੇ, ਚਾਹੇ ਅਮਰੀਕਾ ਹੋਵੇ, ਕੈਨੇਡਾ ਹੋਵੇ। ਸੋ ਭਾਰਤ ਦੇ ਵਿੱਚ ਵੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਵਧਿਆ ਹੋਇਆ ਸੀਗਾ। ਡੋਨਾਲਡ ਟਰੰਪ ਦੇ ਸੱਤਾ 'ਚ ਆਉਣ ਤੋਂ ਬਾਅਦ ਇਹ ਸਿਲਸਿਲਾ ਜਿਹੜਾ ਸੀ ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਸੀ, ਪਰ ਹੁਣ ਕਿਤੇ ਨਾ ਕਿਤੇ ਘਟਣਾ ਸ਼ੁਰੂ ਹੋ ਚੁੱਕਿਆ ਹੈ। ਪਰ ਇਸ ਦੇ ਬਾਵਜੂਦ ਵੀ ਅਮਰੀਕੀ ਸਰਕਾਰ ਹਲੇ ਤੱਕ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਜ਼ਿਆਦਾ ਸਖਤੀ ਕਰ ਰਹੀ ਹੈ। ਜਿਸ ਟਾਈਮ ਟਰੰਪ ਸੱਤਾ ਵਿੱਚ ਆਏ ਤੇ ਜਦੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸ਼ੁਰੂ ਕੀਤਾ, ਉਸ ਵੇਲੇ ਸਾਡੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਜੋ ਗੈਰ ਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਸੀ, ਉਹ ਏਜੰਟ ਜੋ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਵਿਦੇਸ਼ ਭੇਜ ਰਹੇ ਸੀ, ਇਹਨਾਂ ਤੇ ਸ਼ਿਕੰਜਾ ਕੱਸਣਾ ਸ਼ੁਰੂ ਹੋ ਚੁੱਕਿਆ। ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਸਾਡੇ ਪੰਜਾਬੀ ਬਹੁਤ ਜ਼ਿਆਦਾ ਇਸ ਸਮੇਂ ਵਿਦੇਸ਼ਾਂ ਦੇ ਵਿੱਚ ਨੇ। ਪੰਜਾਬ ਦੇ ਵਿੱਚ ਵੀ ਐਸੇ ਬਹੁਤ ਸਾਰੇ ਟਰੈਵਲ ਏਜੰਟ ਸੀਗੇ ਜਾਂ ਇਮੀਗ੍ਰੇਸ਼ਨ ਦਫ਼ਤਰ ਖੁੱਲੇ ਹੋਏ ਸੀ, ਜਿਨ੍ਹਾਂ ਦੀ ਗਿਣਤੀ 2-3 ਹਜ਼ਾਰ ਤੱਕ ਸੀਗੀ। ਪਰ ਜਦੋਂ ਅਸਲ ਦੇ ਵਿੱਚ ਇਹਨਾਂ ਦੀ ਐਕਚੁਅਲ ਰੇਟਿੰਗ ਸਾਹਮਣੇ ਆਈ, ਜਾਂ ਮੈਂ ਕਹਾਂ ਐਕਚੁਅਲ ਗਿਣਤੀ ਕੱਢੀ ਗਈ, ਤਾਂ ਇਸ ਐਕਚੁਅਲ ਗਿਣਤੀ ਵਿੱਚ ਸਿਰਫ ਔਰ ਸਿਰਫ 150 ਤੱਕ ਹੀ ਇੱਕ ਐਸੇ ਇਮੀਗ੍ਰੇਸ਼ਨ ਦਫ਼ਤਰ ਸੀ ਜੋ ਰਜਿਸਟਰ ਸੀਗੇ। ਇਸ ਦਾ ਮਤਲਬ ਇਹ ਕਿ ਬਾਕੀ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਇਮੀਗ੍ਰੇਸ਼ਨ ਦਫ਼ਤਰ ਸੀਗੇ ਜਾਂ ਫਿਰ ਇਮੀਗ੍ਰੇਸ਼ਨ ਨਾਲ ਜੁੜੇ ਏਜੰਟ ਸੀਗੇ, ਉਹ ਸਭ ਦੇ ਸਭ ਧੋਖਾਧੜੀ ਸੀ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣਾ ਕੰਮ ਜਾਂ ਧੰਦਾ ਚਲਾ ਰਹੇ ਸੀਗੇ। ਹੁਣ ਅਮਰੀਕੀ ਸਰਕਾਰ ਨੇ ਇਹਨਾਂ ਨੂੰ ਲੈ ਕੇ ਹੋਰ ਵੀ ਜ਼ਿਆਦਾ ਸਖਤੀ ਕਰ ਦਿੱਤੀ ਹੈ। ਫਿਲਹਾਲ ਕਿਤੇ ਨਾ ਕਿਤੇ ਇਹ ਸਿਲਸਿਲਾ ਥੋੜਾ ਜਿਹਾ ਤਾਂ ਰੁਕਿਆ ਜ਼ਰੂਰ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਲੋਕ ਅਮਰੀਕਾ ਜਾਂਦੇ ਸੀ, ਇਹਨਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਆਈ ਹੈ। ਤੇ ਫਿਰ ਵੀ ਲੋਕ ਜਿਹੜੇ ਨੇ ਹਾਲੇ ਤੱਕ ਨਹੀਂ ਟਲ ਰਹੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਬਣਨ ਦੇ ਨਾਲ ਇਮੀਗ੍ਰੇਸ਼ਨ ਨੀਤੀਆਂ ਬਹੁਤ ਸਖਤ ਹੋ ਗਈਆਂ। ਇਸ ਦੌਰਾਨ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਉਹ ਭਾਰਤ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਟਰੈਵਲ ਏਜੰਸੀਆਂ ਤੇ ਕਾਰਵਾਈ ਕਰੇਗਾ। ਅਮਰੀਕਾ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਅਜਿਹੀਆਂ ਏਜੰਸੀਆਂ ਦੇ ਕਈ ਅਧਿਕਾਰੀਆਂ ਅਤੇ ਮਾਲਕਾਂ ਦੇ ਵੀਜ਼ਾ ਪਾਬੰਦੀਆਂ ਨੂੰ ਰੋਕਿਆ ਗਿਆ ਹੈ, ਯਾਨੀ ਕਿ ਇਹਨਾਂ ਦੇ ਉੱਤੇ ਵੀਜ਼ਾ ਪਾਬੰਦੀ ਹੁਣ ਲਗਾ ਦਿੱਤੀ ਜਾਏਗੀ। ਦਰਅਸਲ ਅਮਰੀਕੀ ਦੂਤਾਵਾਸ ਵੱਲੋਂ ਜਾਰੀ ਇੱਕ ਤਾਜ਼ਾ ਬਿਆਨ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿੱਚ ਸਥਿਤ ਅਤੇ ਇੱਥੋਂ ਕੰਮ ਕਰਨ ਵਾਲੇ ਟਰੈਵਲ ਏਜੰਸੀਆਂ ਯਾਨੀ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਦੇ ਮਾਲਕਾਂ ਦੇ ਵੀਜ਼ਿਆਂ ਤੇ ਪਾਬੰਦੀ ਲਗਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਇਨ੍ਹਾਂ ਕਦਮਾਂ ਤੋਂ ਇਮੀਗ੍ਰੇਸ਼ਨ ਅਤੇ ਮਨੁੱਖੀ ਤਸਕਰੀ ਦੇ ਕਾਰਜਾਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ, ਕਿਉਂਕਿ ਐਸੇ ਲੋਕ ਬਹੁਤ ਜ਼ਿਆਦਾ ਗਿਣਤੀ ਵਿੱਚ ਹੋਣਗੇ ਜੋ ਮਨੁੱਖੀ ਤਸਕਰੀ ਵਿੱਚ ਸ਼ਾਮਲ ਹੋਣਗੇ ਅਤੇ ਬਹੁਤ ਸਾਰੇ ਲੋਕਾਂ ਨੂੰ ਧੋਖਾਧੜੀ ਕਰਕੇ ਲੋਕਾਂ ਦੇ ਨਾਲ ਜਾਂ ਫਿਰ ਉਹਨਾਂ ਨਾਲ ਠੱਗੀ ਕਰਕੇ ਆਪ ਫਰਾਰ ਹੋ ਜਾਂਦੇ ਨੇ ਤੇ ਲੋਕਾਂ ਨੂੰ ਗਲਤ ਰਾਹ ਤੇ ਪਾ ਦਿੰਦੇ ਨੇ। ਵਿਦੇਸ਼ੀ ਤਸਕਰੀ ਨੈਟਵਰਕ ਨੂੰ ਖਤਮ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਐਸੇ ਲੱਖਾਂ ਲੋਕਾਂ ਦੀ ਜਾਨ ਬਚ ਸਕੇ ਜੋ ਗੈਰ ਕਾਨੂੰਨੀ ਤਰੀਕੇ ਦਾ ਰਸਤਾ ਅਪਣਾਉਂਦੇ ਨੇ ਤੇ ਬਾਅਦ ਵਿੱਚ ਆਪਣੀ ਜਾਨ ਤੋਂ ਹੱਥ ਧੋ ਬੈਂਦੇ ਨੇ। ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿਦੇਸ਼ਾਂ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਵਾਲੇ ਨੈਟਵਰਕਸ ਨੂੰ ਖਤਮ ਕਰਨ ਲਈ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਮਨੁੱਖੀ ਤਸਕਰੀ ਇਸ ਦੀ ਆੜ ਹੇਠ ਕੀਤੀ ਜਾਂਦੀ ਹੈ। ਅਜਿਹੀਆਂ ਟਰੈਵਲ ਏਜੰਸੀਆਂ ਦੇ ਮਾਲਕਾਂ ਅਤੇ ਅਧਿਕਾਰੀਆਂ ਦੇ ਵੀਜ਼ੇ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਅਮਰੀਕੀ ਇਮੀਗ੍ਰੇਸ਼ਨ ਨੀਤੀ ਦਾ ਉਦੇਸ਼ ਨਾ ਸਿਰਫ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਬਾਰੇ ਸੂਚਿਤ ਕਰਨਾ ਹੈ, ਸਗੋਂ ਇਸ ਤੇ ਪਾਬੰਦੀ ਲਗਾਉਣ ਲਈ ਕਦਮ ਚੁੱਕਣਾ ਵੀ ਹੈ ਤਾਂ ਕਿ ਲੋਕਾਂ ਨੂੰ ਵੀ ਇਸ ਬਾਰੇ ਪਤਾ ਚੱਲ ਸਕੇ। ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਵੀਜ਼ਾ ਪਾਬੰਦੀਆਂ ਵਿਸ਼ਵ ਵਿਆਪੀ ਹਨ ਅਤੇ ਉਹਨਾਂ ਲੋਕਾਂ ਤੇ ਵੀ ਲਾਗੂ ਹੁੰਦੀਆਂ ਹਨ ਜੋ ਵੀਜ਼ਾ ਛੋਟ ਪ੍ਰੋਗਰਾਮ ਲਈ ਯੋਗ ਹਨ। ਸੋ ਅਮਰੀਕਾ ਦੇ ਵੱਲੋਂ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਨੂੰ ਲੈ ਕੇ ਕਾਰਵਾਈ ਕੀਤੀ ਗਈ ਸੀ, ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕੀਤੀ ਗਈ ਸੀ। ਇਸ ਕਰਕੇ ਇਮੀਗ੍ਰੇਸ਼ਨ ਨਾਲ ਜੁੜੇ ਹਰ ਮੁੱਦੇ ਤੇ ਅੱਜ ਅਮਰੀਕੀ ਸਰਕਾਰ ਸਖਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਹਨੇ ਖਾਸ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਭਾਰਤ ਦੇ ਵਿੱਚ ਮੌਜੂਦ ਉਹ ਸਾਰੇ ਗੈਰ ਕਾਨੂੰਨੀ ਟਰੈਵਲ ਏਜੰਸੀਆਂ, ਉਹਨਾਂ ਦੇ ਮਾਲਕ ਅਤੇ ਅਧਿਕਾਰੀਆਂ ਤੇ ਹੁਣ ਸਖਤੀ ਕੀਤੀ ਜਾਵੇਗੀ ਤਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਿਆ ਜਾ ਸਕੇ।
ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਇਸ ਬਾਰੇ ਆਪਾਂ ਸਭ ਜਾਣਦੇ ਹਾਂ। ਤੁਹਾਨੂੰ ਦੱਸ ਦਈਏ ਕਿ ਸ਼ੁਰੂ ਤੋਂ ਹੀ ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਰਿਹਾ ਹੈ। ਭਾਰਤ ਸਮੇਤ ਉਹਨਾਂ ਦੇ ਦੇਸ਼ਾਂ ਵਿੱਚ ਵਾਪਸ ਭੇਜ ਰਿਹਾ ਹੈ। यानी कि भारत के नाल होर भी बहुत सारे देशों के लोगों को वापस भेजा गया सी। हाले भी अमेरिका विच बहुत ज़्यादा गिनती विच गैर कानूनी प्रवासी मौजूद ने जिन्होंने डिपोर्ट करने का सिलसिला जारी है, पर अदालत वालों हाले रोक लगा दी गई है। हुण ये देखना होएगा कि अगला फैसला डोनाल्ड ट्रंप का की होएगा। फिलहाल डोनाल्ड ट्रंप का टीचा गैर कानूनी प्रवासियों को अमेरिका तो बाहर कड्ढण दा है। इस करके इसलिए पूरियां कोशिशां कर रहे हैं, अलग अलग पैंतड़े भी अपना रहे हैं। इस साल की जे मैं गल करा फरवरी की, तो फरवरी के महीने विच भारतीय विदेश मंत्री एस जयशंकर ने कहा सी कि साल 2009 तो इस साल तक अमेरिका ने 15,000 तो वध प्रवासियों को देश निकाला दिता है। सो इस साल ट्रंप के राष्ट्रपति बनने तो बाद अमेरिका तो वड्डी गिनती विच गैर कानूनी प्रवासियों को उन्हां दे देशां विच वापस भेज दिता गया सीगा। उन्हां दे देशां नूं चेतावनी भी दी गई सीगी कि होर दोबारा गैर कानूनी प्रवासी अमेरिका विच नहीं आने चाहिए। इस करके अमेरिका के बॉर्डर से सख्ती कर दी गई है। यही वजह है कि कैनेडा ते मैक्सीको वर्गे देशों ते सख्ती की गई अते इन्हां ते वाधू टैरिफ लगाया गया। इन्हां ते टैरिफ लगाउण दी वजह यही सी कि बहुत सारे गैर कानूनी प्रवासी मैक्सीको ते कैनेडा के बॉर्डर के थ्रू अमेरिका विच आ रहे सी अते अमेरिका का यह भी दोष सी कि फैंटनिल वर्गे नशीले पदार्थ भी मैक्सीको ते कैनेडा के बॉर्डर थ्रू अमेरिका विच पहुंचे सीगे। इस करके इन्हां सारियां चीज़ों नूं रोकण वास्ते इन्हां देशां ते सख्ती की गई, इन्हां दे उत्ते पाबंदियां लगाईयां गईयां, इस तों इलावा टैरिफ भी लगाया गया सीगा। इस करके हुण कैनेडा ते अमेरिका के जो अपने आपसी संबंध है वह भी किते ना किते विगड़ चुके हैं, पर अमेरिका इस चीज़ नूं लैके बहुत ज़्यादा सख्त है। इस करके हुण उन्होंने भारतीय ट्रैवल एजेंसियां जो गैर कानूनी ने उन्होंने सख्त चेतावनी दे दी है एक हिसाब की। इस करके इन्हां दे वीज़ियां ते पाबंदी लग सकती है, इन्हां ते सख्त कार्रवाई भी हो सकती है। ये सब कुछ इस करके किया जा रहा है ताकि गैर कानूनी प्रवासियों के प्रवास नूं अमेरिका च आउण विच रोकिया जाए। इस दे नाल ही जो लोकां दे नाल धोखाधड़ी हो रही है उसनूं भी रोकिया जा सके। सो अमरीकी राष्ट्रपति लगातार सख्ती करते हुए नजर आ रहे हैं। इस दे नाल ही डोनाल्ड ट्रंप ने एक होर वड्डा फैसला लिया है। अमरीकी राष्ट्रपति प्रवासियों ते जिथे अपनी गाज सुट रहे लगातार, एक बार फिर उन्होंने प्रवासियों नूं लैके एक वड्डा ऐलान कर दिता है, जिस करके अमेरिका विच मौजूद प्रवासियों की चिंता बढ़ चुकी है। ये वो प्रवासी नहीं है जो गैर कानूनी ने, ये वो प्रवासी भी ने जो उत्थे काम कर रहे हैं या स्टडी कर रहे हैं या किसी ना किसी तरीके अमेरिका विच रह रहे हैं, जो उत्थे कमाइयां कर रहे हैं, कमाई करके अपनी मेहनत के पैसे अपने घरां नूं भेज रहे हैं, यानी अपनी जद्दी मुल्कां विच भेज रहे हैं। पर डोनाल्ड ट्रंप हुण किते ना किते इन्हां उत्ते भी सख्ती कर रहे हैं अते सख्ती का नतीजा ये होएगा कि इन्हां लोकां नूं हुण अपनी जेब है होर ज़्यादा ढिली करनी पएगी, क्योंकि इन्हां दी जेब तो होर भी ज़्यादा पैसे निकलने शुरू हो जाएंगे अते सारे लोग जिहड़े ने हुण टैक्स के घेरे विच आ जाएंगे। फिलहाल अमेरिका विच मौजूद जिहड़े लोग हुंदे प्रवासी हुंदे ने वो अमेरिका दे टैक्स भरदे ने। इस तों इलावा हुण उन्हां नूं एक होर टैक्स भरना पेगा अते ये टैक्स वो होएगा जिस विच उन्हां नूं अपने पैसे देण ते या फिर अपने पैसे अपने जद्दी पिंडां या मुल्कां विच भेजण दे पैसे भरने पैणगे, टैक्स भरना पेगा। हुण इस दी अमाउंट जिन्नी मर्जी होवे हुण टैक्स देना पवेगा। एक हिसाब दे नाल डोनाल्ड ट्रंप दे वल्लों एक होर वड्डा झटका ही दिता गया है। खास तौर पर यह कहा जा रहा है कि भारतीयों को इसका सब तो बड़ा झटका लगेगा या फिर भारतीय परिवारों से इसका बोझ जिहड़ा है सब तो ज़्यादा वधेगा, क्योंकि भारतीय की गिनती अमेरिका विच बहुत ज़्यादा है। सो अमेरिका विच रहने वाले भारतीयों लिए बहुत ही बुरी खबर है। ट्रंप प्रशासन पैसे भेजण ते 5% टैक्स लगाउण दी योजना बना रहा है। जेकर ये टैक्स लागू हो जाता है तो इस नाल भारतीयों लई घर पैसे भेजना महंगा हो जाएगा, क्योंकि जिन्नी मर्जी रकम होवे हुण हर रकम के उपर एक टैक्स लग्या होवेगा। अंदाज़ा लगाया गया है कि इस टैक्स नाल अमेरिका विच रहने वाले भारतीयों ते हर साल 1.6 बिलियन अमरीकी डॉलर तो वध दा बोझ पवेगा। इस दे नाल ही RBI ने दस्सिया कि 2010 ते 11 दे विच
ਭਾਰਤ 'ਚ ਪੈਸੇ ਭੇਜਣ ਦੇ ਰੂਪ ਵਿੱਚ 55.6 ਬਿਲੀਅਨ ਯਾਨੀ ਕਿ 55.6 ਬਿਲੀਅਨ ਡਾਲਰ ਦਾ ਪੈਸਾ ਆਇਆ ਸੀ, ਜੋ ਕਿ 2023 ਤੇ 24 ਦੇ ਵਿੱਚ ਵੱਧ ਗਿਆ। ਇਹ ਇਸ ਦੀ ਰਕਮ ਮੈਂ ਤੁਹਾਨੂੰ 2010 ਤੇ 11 ਦੀ ਦੱਸ ਰਹੀ ਹਾਂ, ਜੋ RBI ਵੱਲੋਂ ਕਿਹਾ ਗਿਆ ਹੈ ਕਿ 2010 ਤੇ 11 ਦੇ ਵਿੱਚ 55.6 ਬਿਲੀਅਨ ਸੀ ਅਤੇ 2023 ਤੇ 24 ਦੇ ਵਿੱਚ ਇਹ ਵੱਧ ਕੇ 118.7 ਬਿਲੀਅਨ ਡਾਲਰ ਹੋ ਗਿਆ। ਸੋ ਇਹ ਵਾਧਾ ਦੇਖਣ ਤੋਂ ਇਹ ਪਤਾ ਚੱਲਦਾ ਹੈ ਕਿ ਕਿੰਨੀ ਜ਼ਿਆਦਾ ਭਾਰਤੀਆਂ ਦੀ ਸ਼ਮੂਲੀਅਤ ਇਸ ਵੇਲੇ ਅਮਰੀਕਾ ਦੇ ਵਿੱਚ ਹੈ। ਖਾਸ ਤੌਰ ਤੇ ਰੈਮਿਟੈਂਸ ਭੇਜਣ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਭਾਰਤੀਆਂ ਦਾ ਹੈ। 2020 ਤੇ 21 ਦੀ ਹੁਣ ਮੈਂ ਗੱਲ ਕਰਾਂ ਤੇ 2020 ਤੇ 21 ਵਿੱਚ ਭਾਰਤ ਨੂੰ ਪ੍ਰਾਪਤ ਹੋਏ ਕੁੱਲ ਪੈਸੇ ਵਿੱਚ ਅਮਰੀਕਾ ਦਾ ਹਿੱਸਾ 23% ਸੀਗਾ। यानी कि जिन्ने भी रैमिटेंस जो ने यानी कि जिन्ना भी विदेशों तो पैसा डॉलर दे विच अमेरिका, आस्ट्रेलिया, कैनेडा, यूके जिथों भी आया भारत नूं उस विच सब तो ज़्यादा हिस्सा अमेरिका दा रहा है, जो है 23.4%, जो कि 2023 ਅਤੇ 24 ਦੇ ਵਿੱਚ ਵੱਧ ਕੇ 27.7% ਹੋ ਗਿਆ। ਵਿਦੇਸ਼ੀ ਪੈਸਾ ਭੇਜਣ ਨੂੰ ਭਾਰਤ ਦੀ ਤਾਕਤ ਮੰਨਿਆ ਜਾਂਦਾ ਹੈ। ਇਹ ਵਿਦੇਸ਼ੀ ਮੁਦਰਾ ਦਾ ਇੱਕ ਮਹੱਤਵਪੂਰਨ ਸਰੋਤ ਵੀ ਹੈ। ਸੋ ਡੋਨਲਡ ਟਰੰਪ ਪ੍ਰਸ਼ਾਸਨ ਜਿਹੜੇ ਨੇ ਪੈਸੇ ਭੇਜਣ ਤੇ ਇਹ ਨਵਾਂ ਬਿੱਲ ਲੈ ਕੇ ਆ ਰਹੇ ਨੇ, ਜਿਸ ਦਾ ਨਾਮ ਵੀ ਰੱਖਿਆ ਗਿਆ ਹੈ ਦ ਵਨ ਬਿਗ ਬਿਊਟੀਫੁਲ ਬਿੱਲ। ਬਿੱਲ ਵਿੱਚ ਕਿਹਾ ਗਿਆ ਹੈ ਇਸ ਨਿਯਮ ਅਨੁਸਾਰ ਪੈਸੇ ਭੇਜਣ ਤੇ 5% ਟੈਕਸ ਲਗਾਇਆ ਜਾਵੇਗਾ। ਇਹ ਟੈਕਸ ਪੈਸੇ ਭੇਜਣ ਵਾਲੇ ਵਿਅਕਤੀ ਨੂੰ ਦੇਣਾ ਪਵੇਗਾ। ਇਸ ਦਾ ਮਤਲਬ ਹੈ ਕਿ ਵਿਦੇਸ਼ਾਂ ਵਿੱਚ ਪੈਸੇ ਭੇਜਣ ਵਾਲੇ ਕਿਸੇ ਵੀ ਵਿਅਕਤੀ ਨੂੰ 5% ਟੈਕਸ ਦੇਣਾ ਪਵੇਗਾ। ਇਹ ਲਾਜ਼ਮੀ ਹੈ। ਇਹ ਟੈਕਸ ਹਰ ਤਰ੍ਹਾਂ ਦੇ ਅੰਤਰਰਾਸ਼ਟਰੀ ਰੈਮਿਟੈਂਸ ਤੇ ਲਗਾਇਆ ਜਾਵੇਗਾ। ਹਾਲਾਂਕਿ ਇਹ ਟੈਕਸ ਉਹਨਾਂ ਲੋਕਾਂ ਤੇ ਨਹੀਂ ਲਗਾਇਆ ਜਾਵੇਗਾ ਜੋ ਵੈਰੀਫਾਈਡ US ਸੈਂਡਰ ਹਨ। ਇੱਕ ਹਿਸਾਬ ਦੇ ਨਾਲ ਜੋ ਅਮਰੀਕਨ ਸਿਟੀਜ਼ਨ ਹਨ ਉਹਨਾਂ ਦੇ ਉੱਤੇ ਟੈਕਸ ਨਹੀਂ ਲੱਗੇਗਾ। ਜੋ ਲੋਕ ਉੱਤੇ ਸਿਟੀਜ਼ਨ ਨਹੀਂ ਹਨ, ਜੋ ਗ੍ਰੀਨ ਕਾਰਡ ਹੋਲਡਰ ਹਨ ਜਾਂ ਫਿਰ ਜਿਨ੍ਹਾਂ ਕੋਲ ਵੀਜ਼ਾ ਪ੍ਰਾਪਤ ਹੈ, ਜੋ ਵਰਕ ਦੇ ਬੇਸ ਤੇ ਉੱਥੇ ਨੇ, ਸਟੱਡੀ ਬੇਸ ਤੇ ਨੇ, ਉਹਨਾਂ ਦੇ ਉੱਤੇ ਜਾਂ ਫਿਰ H1B ਵੀਜ਼ਾ ਧਾਰਕ ਹੈ, ਉਹਨਾਂ ਦੇ ਉੱਤੇ ਇਹ ਟੈਕਸ ਲੱਗੇਗਾ। ਉਹਨਾਂ ਤੇ ਬੋਝ ਜਿਹੜਾ ਹੈ ਪੈਣ ਵਾਲਾ ਹੈ। ਸੋ ਬਿੱਲ ਦੇ ਵਿੱਚ ਵੀ ਬਹੁਤ ਕੁਝ ਕਿਹਾ ਗਿਆ ਹੈ। ਬਿੱਲ ਵਿੱਚ ਕਿਹਾ ਗਿਆ ਹੈ ਕਿ ਇਹ ਟੈਕਸ ਜੋ ਹੈ ਰੈਮਿਟੈਂਟ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਲਗਾਉਣਾ ਪਵੇਗਾ। ਫਿਰ ਇਹਨਾਂ ਕੰਪਨੀਆਂ ਨੂੰ ਹਰ ਦਿਨ ਮਹੀਨਿਆਂ ਬਾਅਦ ਇਹ ਟੈਕਸ ਖਜ਼ਾਨਾ ਸਕੱਤਰ ਨੂੰ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਵਿਦੇਸ਼ਾਂ ਵਿੱਚ ਪੈਸੇ ਭੇਜਣ ਦੀ ਸਹੂਲਤ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਇਹ ਟੈਕਸ ਇਕੱਠਾ ਕਰਨਾ ਪਵੇਗਾ ਅਤੇ ਸਰਕਾਰ ਨੂੰ ਅਦਾ ਕਰਨਾ ਪਵੇਗਾ। ਇਸ ਬਿੱਲ ਵਿੱਚ ਕੋਈ ਘੱਟੋ-ਘੱਟ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ। ਜਿਵੇਂ ਮੈਂ ਪਹਿਲਾਂ ਕਿਹਾ, ਇਸ ਦਾ ਮਤਲਬ ਹੈ ਕਿ ਛੋਟੇ ਤੋਂ ਛੋਟੇ ਲੈਣ ਦੇਣ ਤੇ ਵੀ ਟੈਕਸ ਲਗਾਇਆ ਜਾਵੇਗਾ। ਜੇਕਰ ਭੇਜਣ ਵਾਲਾ ਪ੍ਰਮਾਣਿਤ ਅਮਰੀਕੀ ਭੇਜਣ ਵਾਲਾ ਨਹੀਂ ਹੈ ਤਾਂ ਉਸ ਨੂੰ ਟੈਕਸ ਦੇਣਾ ਪਵੇਗਾ। ਪ੍ਰਮਾਣਿਤ ਅਮਰੀਕੀ ਭੇਜਣ ਵਾਲਾ, ਜਿਸ ਦਾ ਅਰਥ ਹੈ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ। ਅਗਰ ਉਹ ਅਮਰੀਕਾ ਦਾ ਨਾਗਰਿਕ ਨਹੀਂ ਹੈ ਤਾਂ ਉਸ ਨੂੰ ਟੈਕਸ ਦੇਣਾ ਪਵੇਗਾ। ਸੋ ਹੁਣ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਇਹ ਟੈਕਸ ਕਦੋਂ ਕੱਟਿਆ ਜਾਵੇਗਾ। ਤੁਹਾਨੂੰ ਦੱਸ ਦਵਾਂ ਕਿ ਇਹ ਟੈਕਸ ਪੈਸੇ ਭੇਜਣ ਵੇਲੇ ਕੱਟਿਆ ਜਾਵੇਗਾ। ਇਹ ਬੈਂਕ ਟ੍ਰਾਂਸਫਰ ਅਤੇ NRO ਖਾਤਿਆਂ ਨੂੰ ਵੀ ਪ੍ਰਭਾਵਿਤ ਕਰੇਗਾ। ਬਿੱਲ ਵਿੱਚ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਕੋਲ ਸਮਾਜਿਕ ਸੁਰੱਖਿਆ ਨੰਬਰ ਹੈ ਉਹਨਾਂ ਨੂੰ ਟੈਕਸ ਵਿੱਚ ਛੋਟ ਮਿਲੇਗੀ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਗਲਤੀ ਨਾਲ ਟੈਕਸ ਅਦਾ ਕਰ ਦਿੱਤਾ ਹੈ ਤਾਂ ਤੁਹਾਨੂੰ ਉਹ ਪੈਸਾ ਵਾਪਸ ਮਿਲ ਜਾਵੇਗਾ। ਬਿੱਲ ਵਿੱਚ ਇੱਕ ਐਂਟੀ ਕੰਡਿਊਟ ਨਿਯਮ ਵੀ ਸ਼ਾਮਲ ਹੈ। ਸੋ ਇਹ ਬਹੁਤ ਸਾਰੇ ਨਿਯਮ ਜਿਹੜੇ ਨੇ ਇਸ ਬਿੱਲ ਵਿੱਚ ਸ਼ਾਮਿਲ ਕੀਤੇ ਗਏ ਨੇ। ਫਿਲਹਾਲ ਇਹ ਹੁਣ ਭਾਰਤੀਆਂ ਲਈ ਵੱਡਾ ਝਟਕਾ ਹੈ। ਹੁਣ ਇਹ ਜੋ ਬਿੱਲ ਹੈ ਜੁਲਾਈ ਮਹੀਨੇ ਤੱਕ ਕਿਹਾ ਜਾ ਰਿਹਾ ਹੈ ਲਾਗੂ ਹੋ ਸਕਦਾ ਹੈ। ਇਸ ਬਿੱਲ ਦੇ ਲਾਗੂ ਹੋਣ ਦੇ ਨਾਲ ਸਭ ਤੋਂ ਜ਼ਿਆਦਾ ਉਹ ਵਿਦੇਸ਼ੀ ਨਾਗਰਿਕ ਪ੍ਰਭਾਵਿਤ ਹੋਣਗੇ ਜੋ H1B ਵੀਜ਼ਾ ਧਾਰਕ ਨੇ, ਗ੍ਰੀਨ ਹੋਲਡਰ ਨੇ, ਜੋ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਨੇ ਤੇ ਆਪਣੇ ਘਰਾਂ ਨੂੰ ਪੈਸੇ ਭੇਜਦੇ ਨੇ। ਹੁਣ ਉਹਨਾਂ ਨੂੰ ਵਾਧੂ ਜਿਹੜਾ ਹੈ ਖਰਚਾ ਚੁੱਕਣਾ ਪਏਗਾ। ਸੋ ਹੁਣ ਗੱਲ ਕਰਦੇ ਹਾਂ ਦੀ ਜਾਸੂਸ ਤੇ। ਭਾਰਤ ਪਾਕਿਸਤਾਨ ਦੇ ਵਿੱਚ ਯੁੱਧ ਸ਼ੁਰੂ ਹੋਇਆ ਅਤੇ ਯੁੱਧ ਇੱਕ ਭਿਆਨਕ ਰੂਪ ਲੈ ਸਕਦਾ ਸੀ। ਇਸ ਭਿਆਨਕ ਰੂਪ ਨੂੰ ਲੈਣ ਤੋਂ ਪਹਿਲਾਂ ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਹੋ ਗਈ।
ਇਸ ਤੋਂ ਬਾਅਦ ਲਗਾਤਾਰ ਨਵੇਂ ਦਾਅਵੇ ਬਾਹਰ ਨਿਕਲ ਕੇ ਆ ਰਹੇ ਨੇ। ਇੱਕ ਹਿਸਾਬ ਨਾਲ ਕਹਾਂ ਤੇ ਨਵੇਂ ਖੁਲਾਸੇ ਨਿਕਲ ਕੇ ਆ ਰਹੇ ਨੇ। ਪਾਕਿਸਤਾਨ ਆਪਣੇ ਦਾਅਵੇ ਪੇਸ਼ ਕਰ ਰਿਹਾ, ਭਾਰਤ ਆਪਣੇ ਦਾਅਵੇ ਪੇਸ਼ ਕਰ ਰਿਹਾ ਹੈ। ਇਸ ਦੇ ਨਾਲ ਵੱਡੀ ਖਬਰ ਤਾਂ ਇਹ ਸਾਹਮਣੇ ਆਈ ਹੈ ਕਿ ਭਾਰਤ ਦੇ ਵਿੱਚ ਪਾਕਿਸਤਾਨੀ ਜਾਸੂਸ ਮੌਜੂਦ ਮਿਲੇ ਨੇ, ਜਿਨ੍ਹਾਂ ਦੀ ਗਿਣਤੀ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ। दिन प्रतिदिन ये जासूस फड़े जा रहे हैं। एक जासूस तो बाद दूसरे जासूस का नाम आ रहा है, दूसरे जासूस तो बाद तीसरे जासूस का नाम सामने आ रहा है। सो जासूस जिहड़े ने हुण फड़े जा रहे हैं, जिस तो पहला नंबर जो आंदा है, जिस विच सब तो पहला नाम जो शामिल है वो है ज्योति मल्होत्रा दा, जिसनूं पाकिस्तान दी एजेंट दस्सिया जा रहा है ISI दा। सो इसनूं गिरफ्तार कर लिया गया। इस तो बाद इस गिरफ्तारी तो बाद होर भी बहुत सारे नाम शामिल आए अते हुण लगातार इन्हां दी गिरफ्तारियां शामिल है। सो भारत दे विच हुण एक कानून भी है बनिया होया, जिस विच जासूसी कानून है कि जासूस करन वाले जिहड़े हुंदे उन्हां ते कार्रवाई कीती जांदी है। एक कानून बहुत सख्त हुंदा है, जिस विच जासूस करन वाले दी खैर नहीं हुंदी है। सो इस कानून बारे तुहानूं दस्सांगे कि इस विच किन्नी क सज़ा मिलदी है। भारत च देश की सुरक्षा नाल खेडण वालियां लई कानून बहुत ही सख्त है। जासूसी यानी कि देश की गुप्त जानकारी दुश्मन नूं देना एक गंभीर अपराध है, जो देश की प्रभुसत्ता और अखंडता नूं खतरे च पाउंदा है। अते ऐसे ही बहुत सारे लोग हुण हिरासत विच ले जा रहे हैं। भारतीय कानूनां च जासूसी नाल संबंधित अपराधां लई सख्त प्रबंध हन। मुख तौर ते अधिकारत गुप्त एक्ट 1923 अते हाल ही च लागू किया गया भारतीय न्याय कोड यानी BNS। ये हाल ही विच लागू किया गया सी 2023 विच BNS 2023। हरियाणा के यूट्यूबर ज्योति मल्होत्रा की गिरफ्तारी ने एक बार फिर इस संवेदनशील मुद्दे नूं सुर्खियां च लिया दिता है। सो समझिए कि भारत च जासूसी करन ते की सज़ा दी जा सकती है अते कानून इस बारे की कहता है। जासूसी नाल संबंधित महत्वपूर्ण कानूनी प्रबंध हुंदे ने, जिद्दां कि भारत च जासूसी के मामले च मुख तौर ते 2 कानून लागू हैं। पहला अधिकारत भेद एक्ट 1923। एक कानून देश की गुप्त जानकारी की सुरक्षा नूं यकीनी बनाउंदा है। इसके मुख भाग भी हैं जो इस तरह हैं, जिवें कि पहला है धारा 3 विच रखिया जां गुप्त जानकारी नाल संबंधित जासूसी। जेकर कोई व्यक्ति देश की सुरक्षा नाल संबंधित कोई भी जानकारी जिवें कि फौजी योजनावां, हथियार जां रखिया स्थान किसी विदेशी एजेंट दा दुश्मन नूं दिंदा है तां उसनूं 14 साल तक की कैद हो सकती है। गंभीर मामलों च उम्र कैद तक की सज़ा का प्रबंध भी है, अगर यह मामला बहुत ज़्यादा संगीन होता है। दैन है धारा 4 यानी कि विदेशी एजेंटा नाल अनअधिकारत संपर्क। जेकर कोई व्यक्ति बिना इजाजत दे किसी विदेशी एजेंट नाल संपर्क करता है तो उसनूं 2 साल तक की कैद हो सकती है। दैन है धारा 5 यानी कि दुश्मन नूं गुप्त जानकारी लीक करना या देना। जेकर कोई व्यक्ति देश की गुप्त जानकारी दुश्मन नूं लीक करता है या दिंदा है तो उसनूं 3 साल तक की सज़ा हो सकती है। दैन है धारा 10 यानी कि घट गंभीर जासूसी गतिविधियां। कुछ घट गंभीर जासूसी गतिविधियां लई 3 साल तक की कैद या जुर्माने की सज़ा है। भारतीय न्याय संहिता 2023 एक नवा कानून भारतीय दंड संहिता IPC की थां ते लिआंदा गया सी अते इस च देश की सुरक्षा नाल संबंधित अपराधां लई भी सख्त प्रबंध हैं, जिवें कि धारा 152 जिस विच भारत की प्रभुसत्ता, एकता जां अखंडता नूं खतरा शामिल है। इस धारा च जासूसी वर्गियां गतिविधियां शामिल हो सकदियां जो भारत की प्रभुसत्ता, एकता जां अखंडता नूं खतरा बनाउंदियां हन। इसलिए सज़ा मौत की सज़ा या उम्र कैद भी हो सकती है। जेकर कोई व्यक्ति देश विरुद्ध जंग छेड़न ਜਾਂ फौजी जानकारी साझी करन च शामिल पाया जाता है तो उसनूं मौत या उम्र कैद की सज़ा दी जा सकती है। सो जासूसी के कुछ हालिया मामले हैं। हाल ही च हरियाणा और पंजाब च एक जासूसी रैकेट का पर्दाफाश किया गया सी, जिस यूट्यूबर ज्योति मल्होत्रा समेत 6 लोगों को गिरफ्तार किया गया सी। ज्योति ते पाकिस्तान लई जासूसी करन दे गंभीर दोष हैं। यह भी कहा जा रहा है कि ज्योति मल्होत्रा पहलगाम हमले तो पहला पहलगाम पहुंची सी, जिथे आतंकवादी हमला होया उत्थे उसने वीडियोस फोटोज लईयां सीगियां। दैन कुछ दिन बाद वो पाकिस्तान चली गई सीगे। पाकिस्तान तो बाद थोड़े ही दिनों बाद ये हमला वापर जाता है।
ਇਸ ਕਰਕੇ ਸਾਰੇ ਦੇ ਸਾਰੇ ਸ਼ੱਕ ਦੀ ਜੋ ਸੂਈ ਹੈ ਜੋਤੀ ਮਲਹੋਤਰਾ ਤੇ ਆਉਂਦੀ ਹੈ ਕਿ ਪਹਿਲਗਾਮ ਹਮਲੇ ਵਿੱਚ ਉਸਦਾ ਵੱਡਾ ਹੱਥ ਸੀਗਾ, ਜਿਸ ਵਿੱਚ ਉਸਨੇ ਇੱਕ ਬਿਆਨ ਵੀ ਦਿੱਤਾ ਸੀ ਕਿ ਇਸ ਵਿੱਚ ਆਤੰਕਵਾਦੀਆਂ ਇਸ ਵਿੱਚ ਜੋ ਨਾਗਰਿਕ ਹੈ ਉਹਨਾਂ ਦਾ ਵੀ ਕਸੂਰ ਹੈ। ਸੋ ਉਸਨੇ ਕਿਹਾ ਸੀ ਕਿ ਜੋ ਆਤੰਕਵਾਦੀਆਂ ਦੇ ਨਾਲ ਸੰਬੰਧਿਤ ਨੇ ਜਾਂ ਸੰਬੰਧ ਰੱਖਦੇ ਨੇ ਉਹ ਭਾਰਤੀ ਨਾਗਰਿਕ ਨਹੀਂ ਹੈ। ਉਸ ਵਿਰੁੱਧ ਸਰਕਾਰੀ ਭੇਦ ਐਕਟ ਦੀ ਧਾਰਾ 3, 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਪਾਕਿਸਤਾਨੀ ਖੂਫੀਆ ਏਜੰਸੀ, ਜਿਵੇਂ ਮੈਂ ਕਿਹਾ ਕਿ ISI ਅਤੇ ਦਿੱਲੀ 'ਚ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਅਧਿਕਾਰ ਦਾਨਿਸ਼ ਦੇ ਸੰਪਰਕ ਵਿੱਚ ਸੀਗੇ। ਦਾਨਿਸ਼ ਦੇ ਉੱਤੇ ਵੀ ਦੋਸ਼ ਲਗਾਇਆ ਗਿਆ ਸੀ, ਜਿਸ ਕਰਕੇ ਉਸ ਨੂੰ ਕੱਢ ਦਿੱਤਾ ਗਿਆ ਸੀ। ਪਰ ਹੁਣ ਜੋਤੀ ਦੇ ਦਾਨਿਸ਼ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਸਜ਼ਾ ਕਿਵੇਂ ਤੈਅ ਕੀਤੀ ਜਾਂਦੀ ਹੈ। ਜਿਵੇਂ ਹੁਣ ਜੋਤੀ ਮਲਹੋਤਰਾ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ, ਇਸ ਉੱਤੇ ਤਾਲਾ ਵੀ ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਇਸ ਨੂੰ ਸਜ਼ਾ ਕੀ ਮਿਲੇਗੀ। ਜਾਸੂਸੀ ਦੇ ਮਾਮਲੇ 'ਚ ਸਜ਼ਾ ਦੀ ਮਾਤਰਾ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ, ਜਿਨ੍ਹਾਂ ਵਿੱਚੋਂ ਮੁੱਖ ਹਨ ਕਿ ਅਪਰਾਧ ਦੀ ਗੰਭੀਰਤਾ, ਕਿ ਅਪਰਾਧ ਕਿੰਨਾ ਜ਼ਿਆਦਾ ਗੰਭੀਰ ਹੈ। ਜੇਕਰ ਜਾਸੂਸੀ ਨੇ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕੀਤਾ ਹੈ ਤਾਂ ਅਦਾਲਤ ਸਖਤ ਸਜ਼ਾ ਦੇ ਸਕਦੀ ਹੈ। ਇਸ ਤੋਂ ਇਲਾਵਾ ਅਦਾਲਤ 'ਚ ਪੇਸ਼ ਕੀਤੇ ਗਏ ਸਬੂਤ, ਜਿਵੇਂ ਕਿ ਇਲੈਕਟ੍ਰੋਨਿਕ ਸੁਨੇਹੇ, ਕਾਰ ਰਿਕਾਰਡ ਜਾਂ ਵਿੱਤੀ ਲੈਣ ਦੇਣ ਸਜ਼ਾ ਨੂੰ ਕਾਫੀ ਪ੍ਰਭਾਵਿਤ ਕਰਦੇ ਹਨ। ਇਸ ਤੋਂ ਇਲਾਵਾ ਹੁੰਦਾ ਇਰਾਦਾ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਜਾਸੂਸੀ ਜਾਣਬੁੱਝ ਕੇ ਅਤੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਕੀਤੀ ਗਈ ਸੀ ਤਾਂ ਸਜ਼ਾ ਵਧੇਰੇ ਸਖਤ ਹੋ ਜਾਵੇਗੀ। ਇਸ ਤੋਂ ਇਲਾਵਾ ਉਸਦਾ ਪਿਛਲਾ ਰਿਕਾਰਡ ਵੀ ਸ਼ਾਮਲ ਹੁੰਦਾ ਹੈ। ਜੇਕਰ ਦੋਸ਼ੀ ਦਾ ਅਪਰਾਧਿਕ ਇਤਿਹਾਸ ਹੈ ਤਾਂ ਉਸ ਦੀ ਸਜ਼ਾ ਵਧਾਈ ਜਾ ਸਕਦੀ ਹੈ। ਯਾਨੀ ਕਿ ਇਨ੍ਹਾਂ ਸਾਰੇ ਪੈਂਤੜਿਆਂ ਨੂੰ ਦੇਖਣ ਤੋਂ ਬਾਅਦ ਹੀ ਇਹ ਸਜ਼ਾ ਜਿਹੜੀ ਹੈ ਨਿਰਧਾਰਿਤ ਕੀਤੀ ਜਾਂਦੀ ਹੈ ਕਿ ਜਾਸੂਸ ਨੂੰ ਕਿਹੜੀ ਸਜ਼ਾ ਮਿਲੇਗੀ। ਜਿਵੇਂ ਜੋਤੀ ਮਲਹੋਤਰਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਅਗਰ ਉਸਦੇ ਲਿੰਕ ਪਿਛੋਕੜ ਚੈੱਕ ਕੀਤਾ ਜਾਏਗਾ, ਪਿਛੋਕੜ ਵਿੱਚ ਵੀ ਹੋਣਗੇ ਜਾਂ ਫਿਰ ਉਸਦੇ ਸੱਚੀ ਵਿੱਚ ਪਾਕਿਸਤਾਨ ਏਜੰਟ ਦੇ ਨਾਲ ਸਿੱਧੇ ਸੰਪਰਕ ਹੋਣਗੇ ਜਾਂ ਫਿਰ ਉਹ ISI ਏਜੰਟ ਹੋਏਗੀ ਤੇ ਉਸ ਖਿਲਾਫ ਸਖਤ ਤੋਂ ਸਖਤ ਸਜ਼ਾ ਹੋ ਸਕਦੀ ਹੈ। ਜਾਸੂਸੀ ਦੇ ਮਾਮਲਿਆਂ 'ਚ ਕਾਨੂੰਨੀ ਪ੍ਰਕਿਰਿਆ ਭਾਰਤ 'ਚ ਕੁਝ ਇਸ ਤਰੀਕੇ ਨਾਲ ਹੈ ਕਿ ਭਾਰਤ 'ਚ ਜਾਸੂਸੀ ਦੇ ਮਾਮਲਿਆਂ ਲਈ ਕਾਨੂੰਨੀ ਪ੍ਰਕਿਰਿਆ ਬਹੁਤ ਸਖਤ ਤੇ ਸੁਚੱਜੀ ਹੈ, ਕਿਉਂਕਿ ਜਾਸੂਸੀ ਇੱਕ ਸੰਗੀਨ ਅਪਰਾਧ ਹੈ। ਇਸ ਲਈ ਪੁਲਿਸ ਬਿਨਾਂ ਵਾਰੰਟ ਦੇ ਵੀ ਗ੍ਰਿਫਤਾਰ ਕਰ ਸਕਦੀ ਹੈ। ਜਾਂਚ ਦੀ ਪ੍ਰਕਿਰਿਆ 'ਚ ਰਾਸ਼ਟਰੀ ਜਾਂਚ ਏਜੰਸੀ ਯਾਨੀ ਕਿ NIA, ਖੋਜ ਅਤੇ ਵਿਸ਼ਲੇਸ਼ਣ ਵਿੰਗ ਯਾਨੀ ਰੋ ਤੇ ਖੂਫੀਆ ਬਿਊਰੋ ਯਾਨੀ IB ਵਰਗੀਆਂ ਖੂਫੀਆ ਏਜੰਸੀਆਂ ਸਬੂਤਾਂ ਦਾ ਪੂਰੀ ਤਰ੍ਹਾਂ ਵਿਸ਼ਲੇਸ਼ਣ ਕਰਦੀਆਂ ਹਨ। ਅਜਿਹੇ ਮਾਮਲਿਆਂ ਦੀ ਸੁਣਵਾਈ ਅਕਸਰ ਫਾਸਟ ਟਰੈਕ ਅਦਾਲਤਾਂ 'ਚ ਕੀਤੀ ਜਾਂਦੀ ਹੈ ਤਾਂ ਜੋ ਜਲਦੀ ਨਿਆਂ ਯਕੀਨੀ ਬਣਾਇਆ ਜਾ ਸਕੇ। ਜੇਕਰ ਦੋਸ਼ੀ ਨੂੰ ਹੇਠਲੀ ਅਦਾਲਤ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰ ਸਕਦਾ ਹੈ, ਜਿਸ ਵਿੱਚ ਔਸਤਨ 20 ਮਹੀਨੇ ਲੱਗ ਸਕਦੇ ਹਨ। ਸੋ ਭਾਰਤ ਸਰਕਾਰ ਰਾਸ਼ਟਰੀ ਸੁਰੱਖਿਆ ਨੂੰ ਬਹੁਤ ਮਹੱਤਵਪੂਰਨ ਸਮਝਦੀ ਹੈ ਅਤੇ ਜਾਸੂਸੀ ਵਰਗੇ ਗੰਭੀਰ ਅਪਰਾਧਾਂ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਰੱਖਦੀ ਹੈ। ਯੂਟਿਊਬਰ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਇਸ ਗੱਲ ਦੀ ਤਾਜ਼ਾ ਉਦਾਹਰਣ ਹੈ ਕਿ ਕਿਵੇਂ ਖੂਫੀਆ ਏਜੰਸੀਆਂ ਅਤੇ ਕਾਨੂੰਨ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕਰਨ ਲਈ ਵਚਨਬੱਧ ਹਨ। ਅਸੀਂ ਐਸੀ ਦੁਨੀਆ ਵਿੱਚ ਰਹਿੰਦੇ ਹਾਂ ਜਿਸ ਵਿੱਚ ਸਾਡਾ ਪਰਿਵਾਰ ਹੁੰਦਾ ਹੈ। ਜਦੋਂ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਹੈ, ਬੱਚਾ ਵੱਡਾ ਹੁੰਦਾ ਹੈ, ਦੈਨ ਉਸਦੀ ਸ਼ਾਦੀ ਹੁੰਦੀ ਹੈ, ਫਿਰ ਉਸਦੇ ਬੱਚੇ ਹੁੰਦੇ ਨੇ। ਯਾਨੀ ਇਹ ਪਰੰਪਰਾ ਸ਼ੁਰੂ ਤੋਂ ਹੀ ਚਲੀਆਂ ਆ ਰਹੀਆਂ ਨੇ, ਜਿਸ ਨੂੰ ਕੋਈ ਨਹੀਂ ਰੋਕ ਸਕਦਾ। ਪਰ ਅਗਰ ਮੈਂ ਤੁਹਾਨੂੰ ਕਹਾਂ ਇੱਕ ਐਸਾ ਦੇਸ਼ ਵੀ ਹੈ ਜਿੱਥੇ 95 ਸਾਲ ਤੋਂ ਕੋਈ ਬੱਚਾ ਪੈਦਾ ਨਹੀਂ ਹੋਇਆ, ਤੇ ਇਹ ਸੁਣ ਕੇ ਤਾਂ ਤੁਹਾਨੂੰ ਬਹੁਤ ਹੈਰਾਨੀ ਹੋਏਗੀ। ਇਹ ਗੱਲ ਹੈਰਾਨ ਕਰਨ ਵਾਲੀ ਹੈ ਅਤੇ ਇੱਕ ਅਸੰਭਵ ਜਾਪਦੀ ਹੈ ਕਿ ਐਸਾ ਕਿੱਦਾਂ ਹੋ ਸਕਦਾ ਹੈ ਕਿ ਕਿਸੇ ਦੇਸ਼ ਵਿੱਚ ਕੋਈ ਬੱਚਾ ਪੈਦਾ ਨਾ ਹੋਇਆ ਹੋ ਸਕੇ। ਸੋ ਐਸਾ ਅਸਲ ਦੇ ਵਿੱਚ ਹੈ। ਜੀ ਹਾਂ, ਜਿਸ ਦੁਨੀਆ ਵਿੱਚ ਅਸੀਂ ਰਹਿੰਦੇ ਹਾਂ ਉਸ ਵਿੱਚ ਬਹੁਤ ਸਾਰੇ ਰਹੱਸ ਅਤੇ ਨਿਯਮ ਹਨ ਜੋ ਸਾਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇੱਕ ਅਨੋਖਾ ਅਤੇ ਹੈਰਾਨੀਜਨਕ ਨਿਯਮ ਦੁਨੀਆ ਦੇ ਸਭ ਤੋਂ ਛੋਟੇ ਦੇਸ਼ ਵੈਟੀਕਨ ਸਿਟੀ ਵਿੱਚ ਲਾਗੂ ਹੈ। ਸੋ ਵੈਟੀਕਨ ਵਿੱਚ ਇਹ ਨਿਯਮ ਲਾਗੂ ਹੈ। ਇਹ ਨਿਯਮ ਇੰਨਾ ਸਖਤ ਹੈ ਕਿ ਇਸ ਨੂੰ ਸੁਣਨ ਤੋਂ ਬਾਅਦ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ। ਦਰਅਸਲ ਵੈਟੀਕਨ ਸਿਟੀ ਇਸ ਵਿੱਚ ਕੋਈ ਵੀ ਔਰਤ ਬੱਚੇ ਨੂੰ ਜਨਮ ਨਹੀਂ ਦੇ ਸਕਦੀ। ਹਾਂ, ਇਹ ਬਿਲਕੁਲ ਸੱਚ ਹੈ। ਇਸ ਨਿਯਮ ਕਾਰਨ ਪਿਛਲੇ 95 ਸਾਲਾਂ ਤੋਂ ਇਸ ਦੇਸ਼ ਵਿੱਚ ਇੱਕ ਵੀ ਬੱਚਾ ਪੈਦਾ ਨਹੀਂ ਹੋਇਆ ਹੈ। ਸੋ ਵੈਟੀਕਨ ਸਿਟੀ ਵਿੱਚ ਜਦੋਂ ਵੀ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸਦਾ ਜਣੇਪਾ ਸਮਾਂ ਨੇੜੇ ਆਉਂਦਾ ਹੈ, ਉਸ ਨੂੰ ਤੁਰੰਤ ਦੇਸ਼ ਤੋਂ ਬਾਹਰ ਭੇਜ ਦਿੱਤਾ ਜਾਂਦਾ ਹੈ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤ ਵੈਟੀਕਨ ਸਿਟੀ ਵਾਪਸ ਆ ਸਕਦੀ ਹੈ, ਪਰ ਉੱਥੇ ਬੱਚੇ ਦਾ ਜਨਮ ਨਹੀਂ ਹੋ ਸਕਦਾ। ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਐਸਾ ਕਿਉਂ? ਇਸ ਦੇ ਪਿੱਛੇ ਕੀ ਕਾਰਨ ਹੈ? ਤਾਂ ਇਸ ਪਿੱਛੇ ਵੀ ਕਾਰਨ ਹੈ
ਤੁਹਾਨੂੰ ਦੱਸਵਾਂ ਇਸ ਅਜੀਬ ਨਿਯਮ ਦੇ ਪਿੱਛੇ ਕਾਰਨ ਇਹ ਹੈ ਕਿ ਵੈਟੀਕਨ ਸਿਟੀ ਵਿੱਚ ਇੱਕ ਵੀ ਹਸਪਤਾਲ ਨਹੀਂ ਹੈ। ਹਸਪਤਾਲ ਅਤੇ ਡਿਲੀਵਰੀ ਰੂਮ ਦੀ ਅਣਹੋਂਦ ਕਾਰਨ ਇੱਥੇ ਬੱਚਿਆਂ ਦੇ ਜਨਮ ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਕੁਦਰਤੀ ਡਿਲੀਵਰੀ ਦੀ ਵੀ ਇਜਾਜ਼ਤ ਨਹੀਂ ਹੈ ਇੱਥੇ। ਸੋ ਇਸ ਕਰਕੇ ਇੱਥੇ ਜਦੋਂ ਬੱਚੇ ਨੇ ਪੈਦਾ ਹੋਣਾ ਹੁੰਦਾ ਹੈ ਉਸ ਸਮੇਂ ਗਰਭਵਤੀ ਔਰਤ ਨੂੰ ਦੇਸ਼ ਤੋਂ ਬਾਹਰ ਲੈ ਜਾਇਆ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਵੈਟੀਕਨ ਸਿਟੀ ਵਿੱਚ ਹਸਪਤਾਲ ਬਣਾਉਣ ਦਾ ਪ੍ਰਸਤਾਵ ਕਦੇ ਨਹੀਂ ਆਇਆ, ਪਰ ਹਰ ਵਾਰ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਸ ਦਾ ਮੁੱਖ ਕਾਰਨ ਵੈਟੀਕਨ ਸਿਟੀ ਦਾ ਬਹੁਤ ਛੋਟਾ ਖੇਤਰ ਹੈ। ਇਹ ਪੂਰਾ ਦੇਸ਼ ਸਿਰਫ 118 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਕਾਰਨ ਇੱਥੇ ਹਸਪਤਾਲ ਬਣਾਉਣ ਲਈ ਲੋੜੀਂਦੀ ਜਗ੍ਹਾ ਉਪਲਬਧ ਨਹੀਂ ਹੈ। ਇਹ ਵਜ੍ਹਾ ਹੈ ਕਿ ਇੱਥੇ ਜੋ ਹੈ ਬੱਚੇ ਪੈਦਾ 95 ਸਾਲ ਤੋਂ ਨਹੀਂ ਹੋਏ ਹਨ। ਜਦੋਂ ਵੀ ਕੋਈ ਔਰਤ ਵੈਟੀਕਨ ਸਿਟੀ ਵਿੱਚ ਗਰਭਵਤੀ ਹੁੰਦੀ ਹੈ ਜਾਂ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਇਲਾਜ ਲਈ ਗੁਆਂਢੀ ਦੇਸ਼ ਇਟਲੀ ਦੀ ਰਾਜਧਾਨੀ ਰੋਮ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਜਾਂ ਜੇ ਸੰਭਵ ਹੋਵੇ ਤਾਂ ਉਸ ਨੂੰ ਆਪਣੇ ਦੇਸ਼ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਵੈਟੀਕਨ ਸਿਟੀ ਦਾ ਇਹ ਅਨੋਖਾ ਨਿਯਮ ਸੱਚਮੁੱਚ ਹੈਰਾਨੀਜਨਕ ਹੈ ਅਤੇ ਇਸ ਛੋਟੇ ਜਿਹੇ ਦੇਸ਼ ਨੂੰ ਬਾਕੀ ਦੁਨੀਆ ਤੋਂ ਵੱਖਰਾ ਬਣਾਉਂਦਾ ਹੈ। ਸੋ ਐਸਾ ਅਗਰ ਸਾਡੇ ਦੇਸ਼ ਵਿੱਚ ਹੋਵੇ ਤਾਂ ਹਾਹਾਕਾਰ ਮਚ ਜਾਏ, ਕਿਉਂਕਿ ਅਸੀਂ ਉਸ ਦੇਸ਼ ਵਿੱਚ ਰਹਿੰਦੇ ਹਾਂ ਜਿੱਥੇ ਸਾਨੂੰ ਇਹ ਸਹੂਲਤਾਂ ਸਰੇਆਮ ਜਾਂ ਫਿਰ ਬਹੁਤ ਈਜ਼ੀਲੀ ਉਪਲਬਧ ਨੇ, ਜਿਸ ਦਾ ਅਸੀਂ ਫਾਇਦਾ ਜਦੋਂ ਮਰਜੀ ਜਿੱਥੇ ਮਰਜੀ ਚੁੱਕ ਸਕਦੇ ਹਾਂ। ਸੋ ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਅਪਡੇਟਸ, ਹੋਰ ਅਪਡੇਟਸ ਲੈ ਕੇ ਮੈਂ ਸੁਰਭੀ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਣੇ ਰਹੋ ਜੀ ਸਾਡੇ ਚੈਨਲ ਪੰਜਾਬ ਮਿਲ ਯੂਐਸਏ ਟੀਵੀ ਦੇ ਨਾਲ। ਮੈਨੂੰ ਦਿਓ ਜੀ ਇਜਾਜ਼ਤ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।